ਹਾਂਜੀ, ਮਾਲਵਾ ਬਰਡ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਾਡੇ ਚੈਨਲ 'ਤੇ ਬਹੁਤ-ਬਹੁਤ ਸਵਾਗਤ ਹੈ। ਹਾਂਜੀ ਦੋਸਤੋ, ਅੱਜ ਆਪਾਂ ਕੁਝ ਵਿਸ਼ੇਸ਼ ਗੱਲ ਕਰਨੀ ਸੀ ਪੰਜਾਬ ਪੁਲਿਸ ਸਬ ਇੰਸਪੈਕਟਰ ਤੇ ਕਾਂਸਟੇਬਲ ਦੇ ਪੇਪਰ ਬਾਰੇ। ਮੇਰੇ ਦੋਸਤਾਂ ਦੇ ਮੈਨੂੰ ਮੈਸੇਜ ਆਉਂਦੇ ਆ ਵੀ ਸਰ ਪੇਪਰ ਦੀ ਜਿਹੜੀ ਕੰਡਕਟ ਕਦੋਂ ਕਰਾਇਆ ਜਾਵੇਗਾ ਅਤੇ ਤਰੀਕ ਕੀ ਰਹੇਗੀ। ਮੇਰੇ ਦੋਸਤੋ, ਜਿਵੇਂ ਕਿ ਜੂਨ ਮਹੀਨਾ ਤੁਸੀਂ ਸੋਚ ਰਹੇ ਹੋ ਵੀ ਪੇਪਰ ਕੰਡਕਟ ਕਰਾਇਆ ਜਾਵੇਗਾ, ਮੇਰੇ ਅਕੋਰਡਿੰਗ ਪੋਸੀਬਿਲਿਟੀ ਨਹੀਂ ਹੈ। ਆਫੀਸ਼ੀਅਲਸ ਦਾ ਵੀ ਇਹੀ ਕਹਿਣਾ ਹੈ, ਕਿਉਂਕਿ ਗੱਲ ਇੱਦਾਂ ਮੇਰੇ ਵੀਰੋ ਵੀ ਬਹੁਤੇ ਪੇਪਰ ਹੁਣ ਜਿਹੜੇ ਆਹ ਮਹੀਨਿਆਂ ਵਿੱਚ ਹੋਣੇ ਸੀ, ਕਈ ਪੇਪਰ ਤਾਂ ਪੋਸਟਪੋਨ ਹੋ ਗਏ ਆ। ਤੁਸੀਂ ਵੇਖ ਰਹੇ ਹੋ, ਤੁਹਾਨੂੰ ਰੋਜ਼ ਨੋਟੀਫਿਕੇਸ਼ਨ ਮਿਲਦਾ ਵੀ ਇਹ ਪੇਪਰ ਨੂੰ ਪੋਸਟਪੋਨ ਕਰ ਦਿੱਤਾ ਗਿਆ ਕੋਈ ਕੁਝ ਕਾਰਨਾਂ ਕਰਕੇ, ਅਤੇ ਉਹਨਾਂ ਨੂੰ ਵੀ ਲੈਣਾ ਹਜੇ ਪੇਪਰਾਂ ਨੂੰ। ਅਤੇ ਇੰਨੇ ਆਪਣੇ ਕੋਲ CBT ਜਿਹੜੇ ਮਤਲਬ ਕਿ ਕੰਪਿਊਟਰ ਬੇਸਡ ਟੈਸਟ ਹੁੰਦੇ ਇਹ, ਇਹਨਾਂ ਲਈ ਆਪਾਂ ਨੂੰ ਅਵੇਲੇਬਿਲਿਟੀ ਵੀ ਚਾਹੀਦੀ ਹੈ ਚੀਜ਼ਾਂ ਦੀ, ਹੈ ਨਾ ਜੀ। ਜੇ ਹੋਰ ਪੇਪਰ ਕੰਡਕਟ ਹੁੰਦੇ ਹੋਏ ਅਤੇ ਰਸਤੇ ਵਿੱਚ ਆਪਣਾ ਪੰਜਾਬ ਪੁਲਿਸ ਦਾ ਅਜੇ ਪੇਪਰ, ਤਾਂ ਮੁਸ਼ਕਿਲ ਹੈ। ਸੋ ਸਾਰਿਆਂ ਨੂੰ ਮਤਲਬ ਕਿ ਇੱਕ ਪੈਟਰਨ ਦੇ ਵਿੱਚ ਰੱਖਣਾ ਪਵੇਗਾ, ਜਿਸ ਕਰਕੇ ਸਾਰਿਆਂ ਦੇ ਮਤਲਬ ਕਿ ਪੇਪਰ ਕੰਡਕਟ ਕਰਾਇਆ ਜਾਵੇ, ਕਿਉਂਕਿ ਹੁਣ ਇਕੱਲਾ ਕਾਂਸਟੇਬਲ ਦਾ ਵੀ CBT ਹੋਣਾ ਹੈ ਅਤੇ ਦੂਸਰਾ ਸਬ ਇੰਸਪੈਕਟਰ ਦਾ ਵੀ, ਜੋ ਕਿ ਬਹੁਤ ਮੁਸ਼ਕਿਲ ਗੱਲ ਹੈ ਜੀ। ਵੀ ਤੁਹਾਨੂੰ 1 ਮਹੀਨੇ ਦੇ ਵਿੱਚ ਜਿਹੜੇ ਕਿ ਦੋਵੇਂ ਪੇਪਰ ਕੰਡਕਟ ਕਰਾਏ ਜਾਣ, ਕਿਉਂਕਿ ਲਗਭਗ ਇਹਨਾਂ ਨੂੰ 3 ਜਾਂ 4 ਦਿਨ ਇੱਕ ਪੇਪਰ ਨੂੰ ਹੋਣੇ ਚਾਹੀਦੇ ਆ, ਕਿਉਂਕਿ ਇਹਨਾਂ ਨੇ ਇੱਕ ਦਿਨ 'ਚ ਤਾਂ ਸਾਰਾ ਪੇਪਰ ਲਿਆ ਨਹੀਂ ਜਾਣਾ। ਹਰ ਥਾਂ 'ਤੇ ਇੰਨਾ ਸੈਂਟਰ ਹੈ ਨਹੀਂ ਗੇ ਜਿੱਥੇ ਕੰਪਿਊਟਰ ਦੀ ਅਵੇਲੇਬਿਲਿਟੀ ਹੋਵੇ। ਤੁਹਾਨੂੰ ਪਤਾ ਪੰਜਾਬ ਇੰਨਾ ਡਿਵੈਲਪ ਨਹੀਂ ਹੋਇਆ ਵੀ ਹਰ ਸਟੇਟ, ਹਰ ਮਤਲਬ ਕਿ ਡਿਸਟ੍ਰਿਕਟ ਦੇ ਵਿੱਚ 3-3 4-4 ਮਤਲਬ ਕਿ ਇੰਸਟੀਟਿਊਟ ਹੋਣ ਜਿੱਥੇ ਕੰਪਿਊਟਰ ਦੀ ਅਵੇਲੇਬਿਲਿਟੀ ਹੋਵੇ। ਸੋ ਇਸੇ ਕਰਕੇ ਉਹਨਾਂ ਨੂੰ ਸ਼ਿਫਟਾਂ ਦੇ ਵਿੱਚ ਲੈਣਾ ਪਵੇਗਾ ਪੇਪਰ, ਜਿਸ ਕਰਕੇ 3 ਜਾਂ 4 ਦਿਨ ਦਾ ਸਮਾਂ ਹਰ ਇੱਕ ਮਤਲਬ ਕਿ ਕਾਂਸਟੇਬਲ ਅਤੇ ਸਬ ਇੰਸਪੈਕਟਰ 'ਚ ਲੱਗੇਗਾ। ਅਤੇ ਦੂਸਰੀ ਗੱਲ, ਜੁਲਾਈ ਤੱਕ ਆਪਾਂ ਅਨੁਮਾਨ ਜ਼ਰੂਰ ਲਗਾ ਸਕਦੇ ਹਾਂ, ਕਿਉਂਕਿ ਉਸ ਤੱਕ ਹੋਰ ਵੀ ਪੇਪਰ ਜਿਹੜੇ ਹੈਗੇ ਆ ਉਹ ਕੰਪਲੀਟ ਹੋ ਜਾਣਗੇ। ਅਤੇ ਬਾਕੀ ਮੇਰੇ ਦੋਸਤੋ, ਤੁਸੀਂ ਤਿਆਰੀ ਤੁਹਾਨੂੰ ਕਰਨ ਦਾ ਖੁੱਲ੍ਹਾ ਟਾਈਮ ਮਿਲ ਰਿਹਾ, ਤੁਹਾਨੂੰ ਕੀ ਮਤਲਬ ਕਿ ਲੈਣਾ ਦੇਣਾ ਕੰਡਕਟ ਤੋਂ, ਹੈ ਨਾ ਜੀ। ਤੁਸੀਂ ਜਿੰਨਾ ਚਿਰ ਪੇਪਰ ਨਹੀਂ ਆਉਂਦਾ, ਆਪਦੀ ਦਿਨ ਰਾਤ ਇੱਕ ਕਰਕੇ ਤਿਆਰੀ ਖਿੱਚ ਦੇਵੋ, ਤੁਹਾਡੀ ਜ਼ਰੂਰ ਸਿਲੈਕਸ਼ਨ ਹੋਵੇਗੀ, ਜੇ ਅਗਰ ਤੁਹਾਡਾ ਡਰੀਮ ਇਹ ਪੰਜਾਬ ਪੁਲਿਸ ਹੈ। ਬਾਕੀ ਦੋਸਤੋ, ਅੱਜ ਮੈਂ ਇੱਕ ਵਿਸ਼ੇਸ਼ ਗੱਲ 'ਤੇ ਇੱਕ ਤੁਹਾਨੂੰ ਦੱਸਣਾ ਸੀ ਵੀ ਪੰਜਾਬ ਪੁਲਿਸ ਦੇ ਵਿੱਚ ਜੇ ਅਗਰ ਪੇਪਰ ਤੁਸੀਂ ਕਰੈਕ ਕਰਨਾ ਹੈ, ਤਾਂ ਸਿਰਫ GK 'ਤੇ ਮੱਥਾ ਨਾ ਮਾਰੋ, ਤੁਸੀਂ ਰੀਜ਼ਨਿੰਗ ਦੇ ਵਿੱਚ ਆਪਣਾ ਹੱਥ ਥੋੜ੍ਹਾ ਸੈੱਟ ਕਰੋ। ਰੀਜ਼ਨਿੰਗ ਜਿਹੜਾ ਬਹੁਤ ਸਮਾਂ ਕੰਜ਼ਿਊਮ ਕਰਦੀ ਹੈ, ਸੋ ਇਸ ਕਰਕੇ ਰੀਜ਼ਨਿੰਗ ਦਾ ਸਮਝੋ ਤੁਹਾਡੇ ਕੋਲ 20 ਜਾਂ 30 ਮਿੰਟ ਦੇ ਵਿੱਚ ਕਾਂਸਟੇਬਲ ਅਤੇ ਸਬ ਇੰਸਪੈਕਟਰ ਦਾ ਮਤਲਬ ਹੱਲ ਹੋ ਜਾਏ ਪੇਪਰ। ਅਤੇ ਮੈਥ ਦੇ ਵਿੱਚ ਵੀ ਥੋੜ੍ਹਾ ਜਿਹਾ ਤੁਸੀਂ ਕਰੋ, ਕਿਉਂਕਿ ਮੈਥ ਦੇ ਵਿੱਚ ਪ੍ਰੋਪਰ ਸਮ ਆਉਂਦੇ ਆ। ਜਿਹੜੇ ਤੁਸੀਂ ਸਬਜੈਕਟ ਕਰਕੇ ਜਾਂਦੇ ਹੋ ਉਸ ਦੇ ਵਿੱਚੋਂ ਹੀ ਮਤਲਬ ਕਿ ਜਿਹੜੇ ਟੌਪਿਕ ਕੀਤੇ ਹੋਣਗੇ ਉਸ ਦੇ ਵਿੱਚੋਂ, ਜੇ ਅਗਰ ਤੁਸੀਂ 10 ਟੌਪਿਕਾਂ ਦੇ ਵਿੱਚੋਂ 5 ਟੌਪਿਕ ਵੀ ਕਲੀਅਰ ਕਰ ਜਾਓ, ਤੁਸੀਂ ਹੋਰਾਂ ਨਾਲੋਂ ਵਧੀਆ ਪਰਸੈਂਟੇਜ ਲੈ ਸਕਦੇ ਹੋ। ਅਤੇ GK ਜਿਹੜੀ ਹੈਗੀ ਹੈ, GK ਤਾਂ ਭੰਡਾਰ ਹੈ ਜੀ। GK ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਕਰ ਲਓ ਉਹ ਵੀ ਥੋੜ੍ਹਾ ਹੈ, ਕਿਉਂਕਿ GK ਦੇ ਵਿੱਚ ਆਪਾਂ ਕੋਈ ਅਨੁਮਾਨ ਨਹੀਂ ਲਗਾ ਸਕਦੇ। ਹਾਂਜੀ, ਪਰ ਇੰਡੀਅਨ ਪੋਲਿਟੀ ਦੇ ਵਿੱਚ ਆਪਾਂ ਅਨੁਮਾਨ ਲਗਾ ਸਕਦੇ ਹਾਂ। ਅਤੇ ਹਿਸਟਰੀ 'ਤੇ ਜੇ ਆਪਾਂ ਜਿਓਗ੍ਰਾਫੀ ਦੀ ਗੱਲ ਕਰੀਏ, ਤਾਂ ਉਹਦਾ ਬਿਲਕੁਲ ਜੀ ਭੰਡਾਰ ਇੰਨਾ ਵੀ ਤੁਸੀਂ ਪੜ੍ਹਦੇ ਪੜ੍ਹਦੇ ਥੱਕ ਜਾਵੋਗੇ। GK ਨਹੀਂ ਮੁੱਕਦੀ, ਠੀਕ ਹੈ ਜੀ। ਮੈਂ ਤਾਂ ਕਹਿ ਰਿਹਾ, ਕਈ ਮੇਰੇ ਵੀਰ ਕਾਂਸਟੇਬਲ ਦੇ ਪੇਪਰ ਪਿੱਛੇ IPS ਜਿੰਨੀ ਤਿਆਰੀ ਕਰ ਰਹੇ ਆ GK ਦੀ, ਸੋ GK ਨੂੰ ਜ਼ਿਆਦਾ ਮੱਥਾ ਨਾ ਮਾਰੋ। ਤੁਸੀਂ ਇੰਗਲਿਸ਼, ਪੰਜਾਬੀ, ਮੈਥ ਅਤੇ ਰੀਜ਼ਨਿੰਗ, ਇਹ 3-4 ਸਬਜੈਕਟ ਜਿਹੜੇ ਹੈਗੇ ਇਹਨਾਂ ਨੂੰ ਰੱਟ ਲਵੋ, ਠੀਕ ਹੈ ਜੀ। ਖਾਸ ਕਰ ਪੰਜਾਬੀ ਦਾ ਸਬਜੈਕਟ, ਕਿਉਂਕਿ ਉਹ ਤੁਹਾਡਾ 2 ਟਾਈਮ ਹੋਣਾ, ਇੱਕ ਤਾਂ ਹੋਣਾ ਐਂਟਰੈਂਸ ਲਈ ਅਤੇ ਦੂਸਰਾ ਹੋਣਾ ਤੁਹਾਡਾ ਵੀ ਮਤਲਬ ਕਿ ਜਦੋਂ ਤੁਸੀਂ ਆਪਣੀ ਦਿਖਾਣੀ ਆਪਣੀ ਵੀ ਪੰਜਾਬੀ ਤੁਹਾਡੀ ਭਾਸ਼ਾ ਕਲੀਅਰ ਹੈ, ਤੁਹਾਨੂੰ ਆਉਂਦੀ ਹੈ ਭਾਸ਼ਾ। ਜਿਵੇਂ PSCB ਜਾਂ ICSE ਜਾਂ CBSE ਵਾਲੇ ਵੀ ਦੇਣਗੇ, ਉਹਨਾਂ ਨੂੰ ਵੀ ਇਹ ਦੇਣਾ ਪੈਣਾ ਪੇਪਰ। ਸੋ ਇਸੇ ਕਰਕੇ ਤੁਸੀਂ ਇਹਨਾਂ ਜਿਹੜੇ ਹੈਗੇ ਆ ਸਬਜੈਕਟਾਂ ਦੇ ਉੱਤੇ ਜ਼ਿਆਦਾ ਮੱਥਾ ਮਾਰ ਸਕਦੇ ਹੋ। ਅਤੇ ਮੈਂ ਇਸੇ ਕਰਕੇ ਦੋਸਤਾਂ ਨੂੰ ਅਵੇਅਰ ਕਰ ਰਿਹਾ ਵੀ ਤੁਸੀਂ ਜੇ ਅਗਰ ਇਹ ਵੀਡੀਓ ਦੇ ਜ਼ਰੀਏ ਤੁਹਾਨੂੰ ਕੁਝ ਮੈਸੇਜ ਮਿਲਦਾ, ਤਾਂ ਤੁਸੀਂ ਪਲੀਜ਼ ਇਹਨੂੰ ਸਿਰ ਮੱਥੇ ਰੱਖਿਆ ਕਰੋ ਆਪਦੇ। ਵੀ ਤੁਸੀਂ ਇਹ ਨਾ ਸੋਚੋ ਵੀ GK ਬਾਰੇ ਕਿਉਂ ਕਹਿ ਰਹੇ ਨੇ ਸਰ, ਕਿਉਂਕਿ 50 ਨੰਬਰ ਦੀ GK ਵਿੱਚੋਂ ਤੁਹਾਨੂੰ ਸਿਰਫ 25 ਨੰਬਰ ਦੇ ਕੁਐਸਚਨ ਆਉਣਗੇ ਸਿਰਫ। ਬਾਕੀ ਦੇ ਬਾਕੀ ਕਰੰਟ ਅਫੇਅਰ ਤੁਹਾਨੂੰ ਹੀ ਨਹੀਂ ਸਮਝ ਆਣੇ ਵੀ ਕਿਹੜਾ ਆਉਣਾ, ਹੈ ਨਾ ਜੀ। ਅਤੇ ਹੋਰ ਵੀ ਹਿਸਟਰੀ ਵਗੈਰਾ ਕਈਆਂ ਦੇ ਮੇਰੇ ਦੋਸਤਾਂ ਦੇ ਵੀਰ ਤਰੀਕਾ ਹੀ ਨਹੀਂ ਦਿਮਾਗ 'ਚ ਪੈਂਦੀਆਂ। ਸੋ ਇੰਡੀਅਨ ਪੋਲਿਟੀ ਅਤੇ ਬਸ ਤੁਸੀਂ ਪੰਜਾਬ ਦਾ ਜਿਹੜਾ ਹੈਗਾ ਹਿਸਟਰੀ ਥੋੜ੍ਹੀ ਬਹੁਤੀ ਯਾਦ ਕਰ ਲਓ, ਥੋੜ੍ਹੀ ਬਹੁਤੀ ਯਾਦ ਕਰ ਲਓ ਹੁੰਦੀ, ਮਤਲਬ ਕਿ ਜੋ ਵੀ ਤੁਹਾਡੀ ਕਲਚਰ ਰਹਿ ਜਾਂਦਾ ਪੰਜਾਬ ਦੇ ਸੌਖੇ ਆ ਜਿਹੜੇ, ਉਹ ਕਰਕੇ ਅਤੇ ਤੁਹਾਡੇ 25 ਜਾਂ 30 ਦੇ ਕਰੀਬ ਨੰਬਰ ਆ ਜਾਣਗੇ, ਠੀਕ ਹੈ। ਕੰਪਿਊਟਰ ਦੇ ਵਿੱਚੋਂ ਤੁਹਾਡੇ ਜਿਹੜੇ ਹੈਗੇ 10 ਜਾਂ 5 ਨੰਬਰ ਦਾ ਪੇਪਰ ਹੁੰਦਾ। ਵੈਸੇ ਸਬ ਇੰਸਪੈਕਟਰ ਵਿੱਚ ਕਾਫੀ ਨੰਬਰਾਂ ਦਾ ਪਾਇਆ ਗਿਆ। ਸੋ ਸਬ ਇੰਸਪੈਕਟਰ ਵਾਲੇ ਤਾਂ ਮੇਰੇ ਵੀਰ ਡਟ ਕੇ ਤਿਆਰੀ ਕਰ ਲੈਣ, ਕਿਉਂਕਿ ਉਹਨਾਂ ਨੂੰ ਤਾਂ IPS ਦੇ ਨੇੜੇ ਵੀ ਤਿਆਰੀ ਕਰਨੀ ਪੈ ਸਕਦੀ ਹੈ, ਕਿਉਂਕਿ ਉਹ ਬਹੁਤ ਜ਼ਿਆਦਾ ਟਫ ਸਿਲੇਬਸ ਹੈ। ਹਰ ਚੈਪਟਰ ਨੂੰ ਬਰੀਫਲੀ ਉਹਨਾਂ ਨੂੰ ਚੈੱਕ ਕਰਨਾ ਪੈਣਾ। ਸੋ ਮੈਂ ਤਾਂ ਇਹੀ ਕਹੂੰਗਾ ਮੇਰੇ ਦੋਸਤੋ, ਤੁਸੀਂ ਖਿੱਚ ਕੇ ਤਿਆਰੀ ਕਰ ਦਿਓ, ਠੀਕ ਹੈ ਜੀ। ਤੁਹਾਡਾ ਪੇਪਰ ਜ਼ਰੂਰ ਕਲੀਅਰ ਹੋਵੇਗਾ, ਘਬਰਾਓ ਨਾ, ਠੀਕ ਹੈ। ਦਿਨ ਰਾਤ ਇੱਕ ਕਰ ਦਿਓ। ਬਾਕੀ ਮੈਂ ਤੁਹਾਨੂੰ ਇਹੀ ਕਹਿੰਦਾ ਵੀ ਸਟ੍ਰੈਟਜੀ ਕਰੋ, ਵੀ ਤੁਸੀਂ 4-5 ਜਿਹੜੇ ਹੈਗੇ ਸਬਜੈਕਟ ਇਕੱਠੇ ਲੈ ਕੇ ਤੁਰੋ ਰੋਜ਼ ਦੇ। ਐਂ ਨਾ ਸੋਚੋ ਵੀ ਅਸੀਂ ਅੱਜ ਇਹ ਕੰਪਲੀਟ ਕੀਤਾ ਕਰ ਲਓ, ਕਿਉਂਕਿ ਇੱਦਾਂ ਜੇ ਤੁਸੀਂ ਕਰੋਗੇ ਤਾਂ ਤੁਸੀਂ ਮੇਬੀ ਬਹੁਤ ਔਖਾ ਹੋਊਗਾ ਤੁਹਾਡੇ ਲਈ ਵੀ, ਕਿਉਂਕਿ ਸਿਲੇਬਸ ਹੀ ਨਹੀਂ ਜਲਦੀ ਤੁਹਾਡੇ ਤੋਂ ਕੰਪਲੀਟ ਨਹੀਂ ਹੋਣਾ,
ਠੀਕ ਹੈ। ਕੌਂਸਟੇਬਲ ਦਾ ਤਾਂ ਮਹੀਨੇ ਡੇਢ ਮਹੀਨੇ ਵਿੱਚ ਸਿਲੇਬਸ ਕੰਪਲੀਟ ਹੋ ਜਾਂਦਾ ਅਤੇ ਪੇਪਰ ਵੀ ਕਰੈਕ ਹੋ ਜਾਂਦਾ। ਬਾਕੀ ਤੁਹਾਡੀ ਖੁਦ ਦੀ ਮਰਜ਼ੀ ਹੈ ਵੀ ਤੁਸੀਂ ਕਿੱਦਾਂ ਆਪਣੇ ਆਪ ਨੂੰ ਸਕੈਡਿਊਲ ਬਣਾਇਆ ਹੈ ਤੁਹਾਡਾ, ਠੀਕ ਹੈ ਜੀ। ਅਤੇ ਬਾਕੀ ਜੇ ਮੈਂ ਤੁਹਾਨੂੰ ਕਹਾਂ ਵੀ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਜਿਹੜਾ ਅਸਲੀ ਜਿਹੜਾ ਸਿਲੇਬਸ ਤੁਸੀਂ ਦੇਖ ਰਹੇ ਹੋ, ਉਹ ਸਿਲੇਬਸ ਦੇ ਵਿੱਚ ਕਈ ਚੈਪਟਰ ਇਹੋ ਜਿਹੇ ਹੁੰਦੇ ਆ ਜਿਹੜੇ ਆਊਟ ਆਫ ਸਿਲੇਬਸ ਵੀ ਆ ਜਾਂਦੇ ਆ। ਬਟ ਉਹ ਦੱਸਿਆ ਹੁੰਦਾ ਵੀ ਕਈ ਚੀਜ਼ਾਂ ਜਿਵੇਂ ਹੁਣ ਰੀਜ਼ਨਿੰਗ ਦੇ ਵਿੱਚ ਹੈਗੀ ਆ ਤੁਹਾਡੇ ਲੀਗਲ ਰੀਜ਼ਨਿੰਗ ਕਰੇ 1-2 ਤਰ੍ਹਾਂ ਦੇ ਟੌਪਿਕ ਹੁੰਦੇ ਆ। ਤੁਸੀਂ ਸੋਚਦੇ ਹੋ ਲੀਗਲ ਰੀਜ਼ਨਿੰਗ ਇੱਕ ਟੌਪਿਕ ਹੈ, ਉਹ ਟੌਪਿਕ ਦੇ ਰਿਲੇਟਡ ਵੀ ਹੋਰ ਵੀ ਟੌਪਿਕ ਹੁੰਦੇ ਆ, ਠੀਕ ਹੈ ਜੀ। ਉਹ ਚੀਜ਼ਾਂ 4-5 ਕਲੀਅਰ ਕਰ ਲਿਓ। ਜਿਵੇਂ ਕਲੌਕ ਦਾ ਟੌਪਿਕ ਹੋ ਗਿਆ, ਠੀਕ ਹੈ ਜੀ। ਲੀਗਲ ਹੁੰਦੀ ਹੈ, ਇੱਕ ਨੋਨ ਲੀਗਲ ਹੁੰਦੀ ਹੈ, ਠੀਕ ਹੈ ਜੀ। ਲੀਗਲ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਆਪਾਂ ਨੂੰ ਕਾਨੂੰਨੀ ਤੌਰ 'ਤੇ ਜਿਹੜੀਆਂ ਚੀਜ਼ਾਂ ਮਿਲਦੀਆਂ ਰੀਜ਼ਨਿੰਗ ਦੇ ਵਿੱਚ, ਜਿਨ੍ਹਾਂ ਤਾਂ ਪਤਾ ਹੀ ਆਫੀਸ਼ੀਅਲੀ ਆਨਸਰ ਇਹ ਨਿਕਲੂਗਾ। ਅਤੇ ਜਿਹੜੇ ਨੋਨ ਲੀਗਲ ਦੇ ਵਿੱਚ ਹੁੰਦਾ ਲੌਜੀਕਲ ਤੌਰ 'ਤੇ ਆਨਸਰ, ਠੀਕ ਹੈ ਜੀ। ਉਹ ਤੁਹਾਨੂੰ ਸਮਝਣੀ ਪਵੇਗੀ ਕਿਹੜਾ ਚੈਪਟਰ ਲੀਗਲ ਹੈ ਅਤੇ ਕਿਹੜਾ ਨੋਨ ਲੀਗਲ। ਯੂਟਿਊਬ ਦੀ ਹੈਲਪ ਨਾਲ ਤੁਸੀਂ ਸਭ ਕੁਝ ਸਮਝ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਸਾਰਾ ਭੰਡਾਰ ਯੂਟਿਊਬ ਦੇ ਉੱਤੇ ਪਿਆ, ਠੀਕ ਹੈ ਜੀ। ਸੋ ਮੈਂ ਤਾਂ ਕਹਿੰਦਾ ਮੇਰੇ ਵੀਰੋ, ਵੱਧ ਤੋਂ ਵੱਧ ਤੁਸੀਂ ਹਰੇਕ ਟਿਊਟਰ ਨੂੰ ਫੋਲੋ ਕਰੋ ਜਿਹੜਾ ਤੁਹਾਨੂੰ ਯੂਟਿਊਬ 'ਤੇ ਸਹੀ ਲੱਗਦਾ, ਠੀਕ ਹੈ ਜੀ। ਬਾਕੀ ਆਪਣੀਆਂ ਵੀ ਕਲਾਸਿਸ ਜਲਦੀ ਆਉਣਗੇ, ਮੈਰਾਥਨ ਕਰਾਂਗੇ ਆਪਾਂ। ਮੈਰਾਥਨ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਸਮਝਾਵਾਂਗੇ। ਪਹਿਲਾਂ ਕੌਂਸਟੇਬਲ ਦੇ ਰਿਲੇਟਡ ਸਾਰੀ ਰੀਜ਼ਨਿੰਗ ਕਰਾਂਗੇ, ਫਿਰ ਸਬ ਇੰਸਪੈਕਟਰ ਦੇ ਰਿਲੇਟਡ, ਅਤੇ ਨਾਲ ਇੰਡੀਅਨ ਪੋਲਿਟੀ ਦਾ ਵੀ ਆਪਾਂ ਮਤਲਬ ਕਿ 4 ਘੰਟੇ ਦੀ ਮੈਰਾਥਨ ਦੇ ਵਿੱਚ ਕੰਪਲੀਟ ਕਰ ਦਾਂਗੇ ਸਿਲੇਬਸ, ਕਿਉਂਕਿ ਜ਼ਿਆਦਾ ਸਿਲੇਬਸ ਹੈ ਨਹੀਂ ਇੰਡੀਅਨ ਪੋਲਿਟੀ ਦਾ, ਬਹੁਤ ਘੱਟ ਦਿੱਤਾ ਹੈ ਕੌਂਸਟੇਬਲ ਅਤੇ ਸਬ ਇੰਸਪੈਕਟਰ ਦੇ, ਠੀਕ ਹੈ ਜੀ। ਘਬਰਾਉਣ ਦੀ ਲੋੜ ਨਹੀਂ, ਮਿਹਨਤ ਜਾਰੀ ਰੱਖੋ, ਫਲ ਜ਼ਰੂਰ ਮਿਲੇਗਾ। ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਠੀਕ ਹੈ ਜੀ। ਸੋ ਕਰੰਟ ਅਫੇਅਰ ਵਗੈਰਾ ਜੇ ਅਗਰ ਤੁਸੀਂ ਸਮਝਦੇ ਆ ਤਾਂ ਪਲੀਜ਼ ਔਨਲਾਈਨ ਜਿਹੜੀਆਂ ਕਈ ਇੰਸਟੀਟਿਊਟ ਵਾਲੇ ਕਰੰਟ ਅਫੇਅਰ ਦੀਆਂ ਕਲਾਸਾਂ ਲਾਉਂਦੇ ਆ ਫ੍ਰੀ ਆਫ ਕੋਸਟ, ਜਾਂ ਫਿਰ ਕਰੰਟ ਅਫੇਅਰ ਪ੍ਰੋਵਾਈਡ ਕਰਾਉਂਦੇ ਆ, ਉਹ ਥੋੜ੍ਹੇ ਬਹੁਤੇ ਵੇਖ ਲਿਆ ਕਰੋ ਡੇਲੀ, ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਫੁੱਲ ਫਾਰਮਸ ਕੀ ਹੈ ਅਤੇ ਕਿਹੜੀ ਮਤਲਬ ਨੀਤੀ ਆਈ ਹੋਈ ਹੈ ਕਿਹੜੀ ਨਹੀਂ। ਬਾਕੀ ਤੁਹਾਨੂੰ ਲਾਸਟ 'ਤੇ ਤੁਹਾਨੂੰ ਇੱਕ ਅੱਧਾ ਟੈਲੀਗ੍ਰਾਮ ਦੇ ਵਿੱਚ ਮੈਂ ਭੇਜ ਦੂੰਗਾ, ਠੀਕ ਹੈ ਜੀ, PDF ਬਣਾ ਕੇ। ਸੋ ਵੀਡੀਓ ਨੂੰ ਦੇਖਣ ਲਈ ਧੰਨਵਾਦ। ਜੈ ਹਿੰਦ।